ਡਾਕਟਰ ਦਲੀਪ ਕੌਰ ਟਿਵਾਣਾ ਦੀ ਕਹਾਣੀ ਹੈ ਪਰੀ ਜਾਤ। ਇੱਕ ਵੱਡੇ ਸਾਰੇ ਬਾਗ 'ਚ ਬਣੀ ਇੱਕ ਪੁਰਾਣੀ ਕੋਠੀ। ਜਦੋਂ ਇਹ ਬਣਾਈ ਗਈ ਸੀ ਉਦੋਂ ਇਹਦੀ ਬਾਹਰਲੀ ਲਿਪਾਈ ਵੇਲੇ ਸੀਮੈਂਟ ਵਿੱਚ ਹੀ ਨੀਲ ਪਾ ਦਿੱਤਾ ਗਿਆ ਸੀ, ਜਿਸ ਕਰਕੇ ਉਦੋਂ ਉਸ ਕੋਠੀ ਦੀ ਦਿੱਖ ਬਹੁਤ ਸੋਹਣੀ ਸੀ, ਜਿਵੇਂ ਬੱਦਲਾਂ ਨੂੰ ਜੋੜ ਤੋੜ ਕੇ ਬਣਾਈ ਗਈ ਹੋਵੇ। ਵਰ੍ਹਿਆਂ ਦੇ ਵਰ੍ਹੇ ਲੰਘ ਜਾਣ ਮਗਰੋਂ ਧੁੱਪਾਂ ਮੀਂਹਾਂ ਕਾਰਨ ਇਹਦਾ ਰੰਗ ਭਾਵੇਂ ਘਸਮੈਲਾ ਹੋ ਗਿਆ, ਪਰ ਨਾ ਇਹਦਾ ਨੀਲੀ ਕੋਠੀ ਪਿਆ ਰਿਹਾ। ਇਹਦੇ ਮਾਲਕ ਨੇ ਕਦੇ ਸ਼ਹਿਰ ਤੋਂ 3-4 ਮੀਲ ਬਾਹਰ ਖੇਤਾਂ 'ਚ ਬਾਗ ਲਗਵਾ ਕੇ ਇਹ ਕੋਠੀ ਆਪਣੇ ਇਕਾਂਤ ਵਾਸ ਲਈ ਬਣਾਈ ਸੀ। ਵੱਡੇ ਵੱਡੇ ਕਮਰੇ, ਉੱਚੀਆਂ ਉੱਚੀਆਂ ਛੱਤਾਂ, ਮਹਿੰਗੇ ਦਰੀਆਂ, ਗਲੀਚੇ, ਸੋਫੇ, ਪਲੰਗ, ਛੱਤ ਤੇ ਲਟਕਦੇ ਬਲੌਰੀ ਛੱਜੇ, ਟੀਕ ਦੇ ਦਰਵਾਜ਼ਿਆਂ 'ਚ ਲੱਗੇ ਫੁੱਲਦਾਰ ਸ਼ੀਸ਼ੇ ਤੇ ਘਰ ਦਾ ਹੋਰ ਸਾਜ਼ੋ ਸਮਾਨ ਕੋਠੀ ਦੇ ਮਾਲਕ ਦੀ ਅਮੀਰੀ ਦਰਸਾਉਂਦਾ ਸੀ। ਉਂਝ ਤਾਂ ਇਸ ਕੋਠੀ ਦਾ ਮਾਲਕ ਆਪਣੇ ਪਰਿਵਾਰ ਨਾਲ ਸ਼ਹਿਰ 'ਚ ਰਹਿੰਦਾ ਸੀ, ਪਰ ਇਸ ਕੋਠੀ 'ਚ ਵੀ ਇੱਕ ਨੌਕਰ ਤੇ ਉਹਦੀ ਘਰਵਾਲੀ ਸਰਵੈਂਟ ਕੁਆਟਰ 'ਚ ਰਹਿੰਦੇ ਸੀ, ਜੋ ਇਸ ਕੋਠੀ ਦੀ ਸਾਂਭ ਸੰਭਾਲ ਕਰਦੇ ਸਨ। ਤੇ ਜਿਸ ਦਿਨ ਕੋਠੀ ਦੇ ਮਾਲਕ ਸਰਦਾਰ ਨੇ ਆਪ ਜਾਂ ਆਪਣੇ ਸਾਥੀਆਂ ਨਾਲ ਇੱਥੇ ਆਉਣਾ ਹੋਵੇ, ਉਸ ਦਿਨ ਸੀਤਾ ਰਾਮ ਤੇ ਉਹਦੀ ਘਰਵਾਲੀ ਸਾਰੇ ਕੰਮਾਂ ਦਾ ਧਿਆਨ ਰੱਖਦੇ ਸਨ। ਬਾਗ 'ਚ ਝੁੱਗੀ ਪਾ ਕੇ ਮਾਲੀ ਤੇ ਮਾਲਣ ਆਪਣੇ ਬੱਚਿਆਂ ਨਾਲ ਰਹਿੰਦੇ ਸਨ। ਪਿੰਡ ਸਰਦਾਰ ਦੀ ਚੋਖੀ ਜ਼ਮੀਨ ਸੀ, ਜਿਹੜੀ ਮੁਜ਼ਾਰੇ ਵਾਹੁੰਦੇ ਸਨ। ਆਮਦਨੀ ਬਥੇਰੀ ਸੀ। ਇਹ ਕੋਠੀ ਸਰਦਾਰ ਦੀ ਆਰਾਮਗਾਹ ਸੀ, ਜਾਂ ਆਖੋ ਰੰਗ ਮਹਿਲ ਸੀ। ਜਦੋਂ ਜੀ ਕਰਦਾ ਸਰਦਾਰ ਇਕੱਲਾ ਹੀ ਉੱਥੇ ਕਈ ਦਿਨ ਗੁਜ਼ਾਰਦਾ, ਜਿਵੇਂ ਘਰ ਤੇ ਸ਼ਹਿਰ ਦੇ ਭੀੜ ਭੜੱਕੇ ਤੋਂ ਦੂਰ ਇੱਥੇ ਉਹ ਆਪਣੇ ਆਪ ਦੇ ਸੰਗ ਜਿਉਂਦਾ ਸੀ। ਕੋਠੀ ਦੇ ਆਲੇ ਦੁਆਲੇ ਫੁੱਲਾਂ ਦੀ ਖੇਤੀ ਕੀਤੀ ਜਾਂਦੀ, ਤਰ੍ਹਾਂ ਤਰ੍ਹਾਂ ਦੇ ਪੰਛੀ ਪਾਲੇ ਜਾਂਦੇ ਸੀ। ਪਤਾ ਨਹੀਂ ਕਿੱਥੋਂ ਲੱਭ ਉਹਨੇ ਨਾਯਾਬ ਵੇਲ ਬੂਟੇ ਰੁੱਖ ਲਾਏ ਹੋਏ ਸਨ। ਰੁਦਰਾਕਸ਼ ਦਾ ਬ੍ਰਿਕਸ਼, ਇਲਾਇਚੀਆਂ ਦਾ ਬੂਟਾ, ਚੰਦਨ ਦਾ ਦਰਖਤ, ਮੌਲਸਰੀ ਤੇ ਫੁੱਲਾਂ ਨਾਲ ਭਰੇ ਰਹਿਣ ਵਾਲੇ ਦਰਖਤ ਤੇ ਦਰਖਤਾਂ ਵਿੱਚ ਆਲਣੇ ਪਾਈ ਬੈਠੇ ਨਿੱਕੇ ਨਿੱਕੇ ਪੰਛੀ ਵੀ ਜਿਵੇਂ ਉਹਦਾ ਹੀ ਪਰਿਵਾਰ ਸਨ। ਕਈ ਵਾਰ ਉਸ ਕੋਠੀ 'ਚ ਸਰਦਾਰ ਦੀ ਮਿੱਤਰ ਮੰਡਲੀ ਜੁੜਦੀ। ਖਾਸ ਲਾਂਗਰੀ ਆ ਕੇ ਮੀਟ ਮੱਛੀ ਦੇ ਪਕਵਾਨ ਤਿਆਰ ਕਰਦੇ, ਵਿਸਕੀ ਦੀਆਂ ਬੋਤਲਾਂ ਖੋਲ੍ਹਦੀਆਂ। ਸਰਦਾਰ ਤੇ ਉਹਦੀ ਮਿੱਤਰ ਮੰਡਲੀ ਰੱਜ ਪੀ ਕੇ ਠਹਾਕੇ ਮਾਰ ਹੱਸਦੇ। ਵਿੱਚੋਂ ਕੋਈ ਜਣਾ ਟੁੱਟੇ ਫੁੱਟੇ ਸ਼ੇਰ ਸੁਣਾਉਣ ਲੱਗ ਜਾਂਦਾ ਤੇ ਫਿਰ ਸੁਰੱਈਆ ਨੂੰ ਲਿਆਉਣ ਲਈ ਮੋਟਰ ਭੇਜੀ ਜਾਂਦੀ। ਉਹ ਆਪਣੇ ਸਾਜਿੰਦਿਆਂ ਸਮੇਤ ਆਉਂਦੀ। ਉਹ ਗਾ ਕੇ ਨੱਚ ਕੇ ਮਹਿਫਿਲ ਨੂੰ ਵੱਧ ਖੁਸ਼ਗਵਾਰ ਕਰ ਦਿੰਦੀ। ਬਹੁਤ ਰਾਤ ਬੀਤਣ ਮਗਰੋਂ ਜਦੋਂ ਸਰਦਾਰ ਤੇ ਉਹਦੇ ਮਿੱਤਰ ਖਾ ਪੀ ਕੇ ਥਿੜਕਣ ਲੱਗਦੇ ਤਾਂ ਸੁਰੱਈਆ ਚੋਖੇ ਇਨਾਮ ਸਾਂਭਦੀ, ਮੁੜ ਦੁਆ ਸਲਾਮ ਕਰਦੀ। ਸਾਜਿੰਦੇ ਆਪਣੇ ਸਾਜ਼ ਸਮੇਟਦੇ ਤੇ ਉਹੀ ਕਾਰ ਉਹਨਾਂ ਨੂੰ ਛੱਡਣ ਚਲੇ ਜਾਂਦੇ। ਬਾਕੀ ਸਰਦਾਰ ਵੀ ਆਪਣੀਆਂ ਕਾਰਾਂ ਆਪਣੇ ਘਰਾਂ ਨੂੰ ਮੁੜ ਜਾਂਦੇ। ਇੱਕ ਵਾਰੀ ਸਾਵਣ ਦਾ ਮਹੀਨਾ ਸੀ, ਬੱਦਲਵਾਈ ਦਾ ਦਿਨ ਸੀ, ਵੇਲਾ ਆਥਣ ਦਾ ਸੀ, ਜਦੋਂ ਬਿਨ ਬੁਲਾਇਆਂ ਬੁਰਕਾ ਪਾਈ ਸੁਰੱਈਆ ਸਰਦਾਰ ਦੀ ਕੋਠੀ ਆ ਪਹੁੰਚੀ। ਉਹਦੇ ਨਾਲ ਹੀ ਬੁਰਕੇ ਵਾਲੀ ਇੱਕ ਜਵਾਨ ਜਹਾਨ ਕੁੜੀ ਸੀ। ਕੋਠੀ ਦੇ ਅੰਦਰ ਆ ਕੇ ਦੋਵਾਂ ਨੇ ਬੁਰਕੇ ਲਾ ਕੇ ਬਾਹਾਂ ਤੇ ਰੱਖ ਲਏ। ਦੋਵਾਂ ਨੇ ਸਰਦਾਰ ਦੇ ਕਮਰੇ 'ਚ ਜਾ ਕੇ ਉਹਨੂੰ ਝੁੱਕ ਕੇ ਸਲਾਮ ਕੀਤੀ। ਆਓ ਸੁਰੱਈਆ, ਬੈਠੋ, ਕੈਸੇ ਆना हुआ? सरदार ने दोहां वल ध्यान नाल तक के पूछा। मैंने आपको आज आपकी अमानत सौंपनी है। अल्लाह कसम ये बेटी आपकी है। शक्लो सूरत में भी आप इसे पहचान सकती हैं। घर में अब मैं इसको महफूज नहीं रख सकती, और मैं ये चाहती भी नहीं कि आपकी बेटी हमारे पेशे में जाए। इसका अब्बा कहलाने वाला शख्स तो अभी से खुश हो रहा है कि यह लौंडिया तो बड़ी कमाई का जरिया बनेगी। आप इसे संभालिए, मैं उससे कह दूंगी कि लड़की किसी के साथ भाग गई है, सुरैया ने कहा। सुरैया की गल सुन के सरदार सुरैया ते ਉਹਦੀ बेटी ਵੱਲ देख के हक्का बक्का रह गया। मैं इहनूं कित्थे रखांगा, वो बोलिया। ये अब मेरी सिरदर्दी नहीं, आपकी सिरदर्दी है। यही गनीमत समझ के मैंने आपकी बेटी को उस नरक से निकाल कर सही सलामत आपके सुपुर्द कर दिया। कुड़ी दी शक्ल सूरत देख सरदार नूं शक नहीं सी ਉਹਦੀ ਆਪਣੀ ਕੁੜੀ ਹੋਣ 'ਚ, ਪਰ ਸੁਰੱਈਆ ਨੇ ਇੰਨੇ ਵਾਰੀ ਕਿਉਂ ਲੁਕੋ ਰੱਖਿਆ? ਨਹੀਂ ਤਾਂ ਉਹ ਉਹਨੂੰ ਪਹਿਲਾਂ ਹੀ ਕਿਸੇ ਹੋਸਟਲ 'ਚ ਭੇਜ ਦਿੰਦਾ ਹੈ। ਸ਼ਾਇਦ ਉਹਦੇ ਘਰ ਵਾਲੇ ਨੇ ਨਹੀਂ ਸੀ ਮੰਨਣਾ। ਨਾਂ ਕੀ ਹੈ बेटी ਦਾ? सरदार ने पूछा। मैंने इसका नाम परिजात रखा है, मगर इस नाम को जाने दीजिए, आप ही कोई अपना नाम दीजिए। सरदार ने उठ के 15-16 साल की सुबक सलोनी ते सुनखी बालड़ी के सिर ते हथ फेर के आख्या, मेरी मोनालिजा, मेरी रावी, चलो इसका नाम रावी कर देते हैं। सुरैया ने कहा। मैं इनू डलहौजी हॉस्टल 'ਚ ਛੱਡ ਆਵਾਂਗਾ, पर इन्हें तालीम कहाँ तक ली है? सरदार ने पूछा।
गाना बजाना तो इसने सीखा, मगर अब इसके किस काम का। रही बात नाचने गाने की ट्रेनिंग की, यदि मैं इसको ट्रेनिंग ना देती तो इसके अब्बा को शक हो जाता कि मेरे मन में कोई और बात है। नाचने गाने की ट्रेनिंग तो मैं देती रही और साथ साथ परिजात को बताती रही कि यह कला अल्लाह की इबादत होती है। खैर, मास्टर से तालीम लेकर 10वीं का प्राइवेट इम्तिहान दिया था। दिमाग अच्छा है आप जैसा, इसलिए 10वीं पास कर ली है। सुरैया ने दसिया। पैसे ले जा, कपड़े वगैरह सिलवा दे। आपने किसी को बताना नहीं, मैं हॉस्टल में छोड़ दूंगा, सरदार ने कहा। मैंने कपड़े सिलवा कर सब तैयारी कर रखी है, झोला साथ ही लेके आई हूँ। अब मैं इसको वापस घर नहीं ले जा सकती, सुरैया ने कहा। सरदार ने नौकर तो ਉਹਨਾਂ ਲਈ ਚਾਹ ਮੰਗਵਾਈ ਤੇ ਨਾਲ ਹੀ ਉਹ ਬਿਸਕੁਟ ਵੀ ਦੇ ਗਿਆ। ਸੁਰਈਆ ਪਰੀਜਾਤ ਨੂੰ ਪਿਆਰ ਦੇ ਕੇ ਜਿਸ ਤਾਂਗੇ ਤੇ ਆਈ ਸੀ ਉਸੇ ਤੇ ਵਾਪਸ ਮੁੜ ਗਈ। ਉੱਥੋਂ ਬੱਸ ਲੈ ਕੇ ਆਪਣੇ ਪੇਕੇ ਮਲੇਰਕੋਟਲੇ ਚਲੀ ਗਈ। ਕਈ ਦਿਨ ਮਗਰੋਂ ਉੱਥੋਂ ਵਾਪਸ ਆ ਕੇ ਉਹਨੇ ਆਪਣੇ ਘਰਦਿਆਂ ਨੂੰ ਇਹ ਖਬਰ ਸੁਣਾ ਦਿੱਤੀ ਕਿ ਪਰੀਜਾਤ ਕਿਸੇ ਨਾਲ ਭੱਜ ਗਈ ਹੈ। ਉਹ ਤਾਂ ਮਲੇਰਕੋਟਲੇ ਨੂੰ ਜਾਂਦਿਆਂ ਰਾਹ 'ਚ ਅੱਖ ਬਚਾ ਕੇ ਬੱਸ 'ਚੋਂ ਕਿਧਰੇ ਉਤਰ ਗਈ ਸੀ। ਇਸ ਖਬਰ ਨੂੰ ਬਹੁਤ ਹਵਾ ਦੇਣ ਦੀ ਥਾਂ ਸਾਰੇ ਘਰ ਦੇ ਵਿੱਚੋਂ ਵਿੱਚ ਪੀ ਗਏ। ਸਰਦਾਰ ਪਰੀਜਾਤ ਨੂੰ ਰਾਵੀ ਦੇ ਨਾਂ ਹੇਠਾਂ ਆਪਣੀ ਧੀ ਦੇ ਤੌਰ ਤੇ ਡਲਹੌਜ਼ੀ ਕਾਲਜ 'ਚ ਦਾਖਲ ਕਰਾ ਕੇ ਹੌਸਟਲ ਛੱਡ ਆਇਆ ਸੀ। ਸਰਦਾਰ ਦੇ ਆਪਣੇ 2 ਬੇਟੇ ਵੀ ਸਨ, ਪਰ ਇਸ ਕੁੜੀ ਦਾ ਉਹਨੂੰ ਵੱਖਰਾ ਹੀ ਮੋਹ ਆਉਂਦਾ ਸੀ। ਉਹਨੇ ਸੋਚ ਲਿਆ ਸੀ ਕਦੇ ਨਾ ਕਦੇ ਉਹ ਸਰਦਾਰਨੀ ਨੂੰ ਇਹ ਆਖ ਕੇ ਕੁੜੀ ਨੂੰ ਘਰ ਲਿਆਏਗਾ ਕਿ ਉਹ ਤੋਂ ਚੋਰੀਓਂ ਬਹੁਤ ਪਹਿਲਾਂ ਤੋਂ ਕਿਸੇ ਗਰੀਬ ਔਰਤ ਨਾਲ ਵਿਆਹ ਕੀਤਾ ਹੋਇਆ ਸੀ, ਜਿਹਦੀ ਇਹ ਕੁੜੀ ਹੈ। ਉਹ ਔਰਤ ਹੁਣ ਮਰ ਗਈ ਹੈ। ਰਾਵੀ ਡਲਹੌਜ਼ੀ ਦੇ ਇੱਕ ਹੌਸਟਲ 'ਚ ਰਹਿ ਕੇ ਕਾਲਜ ਵਿੱਚ ਪੜ੍ਹਦੀ ਸੀ। 2-4 ਮਹੀਨਿਆਂ ਮਗਰੋਂ ਉਹਦੀ ਮਾਂ ਘਰਦਿਆਂ ਤੋਂ ਚੋਰੀਓਂ ਕੋਈ ਹੋਰ ਬਣ ਕੇ ਦੇਖ ਆਉਂਦੀ ਸੀ। ਸਰਦਾਰ ਆਪ ਹਰ ਮਹੀਨੇ ਜਾਂਦਾ, ਕਿੰਨੀਆਂ ਸਾਰੀਆਂ ਚੀਜ਼ਾਂ ਦੇ ਕੇ ਆਉਂਦਾ, ਕਿੰਨੀਆਂ ਸਾਰੀਆਂ ਗੱਲਾਂ ਉਸ ਨਾਲ ਕਰਕੇ ਆਉਂਦਾ ਕਿ ਤੂੰ ਆਪਣਾ ਨਾਂ ਰਾਵੀ ਢਿੱਲੋਂ ਹੀ ਦੱਸਣਾ ਹੈ, ਮੇਰੀ ਧੀ ਹੀ ਆਖਣਾ ਹੈ। ਲੋਕਾਂ ਨੂੰ ਇਹ ਦੱਸਣਾ ਹੈ ਕਿ ਤੇਰੀ ਮਾਂ ਮਰ ਗਈ ਹੈ ਤੇ ਦੂਜੀ ਮਾਂ ਆਪਣੇ 2 ਬੇਟਿਆਂ ਨਾਲ ਪਟਿਆਲੇ ਰਹਿੰਦੀ ਹੈ। ਸਾਜ਼ ਸੰਗੀਤ ਦੀ ਪ੍ਰੈਕਟਿਸ ਦੀ ਤੈਨੂੰ ਹੁਣ ਲੋੜ ਨਹੀਂ, ਤੂੰ ਬਸ ਚੰਗੀਆਂ ਕਿਤਾਬਾਂ ਪੜ੍ਹਿਆ ਕਰ ਤੇ ਕ੍ਰਿਸਚੀਅਨ ਕਾਲਜ ਦੀਆਂ ਨਨਸ ਦੀ ਜ਼ਿੰਦਗੀ ਤੋਂ ਸਿੱਖਿਆ ਪ੍ਰਾਪਤ ਕਰਿਆ ਕਰ। ਹੌਸਟਲ ਰਹਿੰਦਿਆਂ ਕਈ ਵਾਰ ਉਹ ਕਮਰਾ ਬੰਦ ਕਰਕੇ ਗਾਉਣ ਤੇ ਨੱਚਣ ਲੱਗ ਜਾਂਦੀ, ਅੱਲਾ ਦੀ ਇਬਾਦਤ ਸਮਝ ਕੇ। ਇੱਕ ਵਾਰੀ ਸਰਦਾਰ ਜਦੋਂ ਉਹਨੂੰ ਮਿਲਣ ਆਇਆ ਤਾਂ ਰਾਵੀ ਨੇ ਖੁਸ਼ ਹੋ ਕੇ ਦੱਸਿਆ ਕਿ ਉਹਨੇ ਚੈਰਿਟੀ ਸ਼ੋਅ 'ਚ ਡਾਂਸ ਕੀਤਾ ਸੀ ਤੇ ਉਹਨੂੰ ਇਨਾਮ ਮਿਲਿਆ ਸੀ। ਤਾਂ ਸਰਦਾਰ ਨੇ ਉਹਨੂੰ ਨਾਰਾਜ਼ ਹੋ ਕੇ ਆਖਿਆ ਸੀ ਕਿ ਸਰਦਾਰਾਂ ਦੀਆਂ ਕੁੜੀਆਂ ਪਬਲਿਕ 'ਚ ਨੱਚਦੀਆਂ ਨਹੀਂ ਹੁੰਦੀਆਂ, ਅੱਗੇ ਤੋਂ ਅਜਿਹਾ ਨਾ ਕਰੀ। ਅਸਲ 'ਚ ਤਾਂ ਉਹ ਰਾਵੀ ਢਿੱਲੋਂ ਸੀ। ਹੁਣ ਉਹਨੂੰ ਕਦੇ ਬੁਰਕਾ ਪਾਉਣ ਦੀ ਲੋੜ ਨਹੀਂ ਸੀ, ਕਦੇ ਕਿਸੇ ਤੋਂ ਡਰਨ ਦੀ ਲੋੜ ਨਹੀਂ ਸੀ। ਕਾਲਜ ਦੀਆਂ ਨਨਸ ਪੜ੍ਹਾਈ ਦੇ ਨਾਲ ਨਾਲ ਬਹੁਤ ਕੁਝ ਜ਼ਿੰਦਗੀ ਦੇ ਸੱਚੇ ਸੁੱਚੇ ਰਾਹਾਂ ਬਾਰੇ ਵੀ ਦੱਸਦੀਆਂ। ਰਵੀ ਹੈਰਾਨ ਹੋ ਉਹਨਾਂ ਦੀਆਂ ਗੱਲਾਂ ਸੁਣ ਕੇ ਸੋਚਦੀ ਰਹਿੰਦੀ। ਪਹਿਲੀ ਵਾਰੀ ਸਰਦਾਰ ਜਦੋਂ ਰਾਵੀ ਨੂੰ ਆਪਣੇ ਪਰਿਵਾਰ 'ਚ ਲੈ ਕੇ ਆਇਆ ਤਾਂ ਉਹਦੀ ਘਰਵਾਲੀ ਦੇ ਕਲੇਜੇ ਨੂੰ ਜਿਵੇਂ ਖੋਜ ਹੀ ਪਈ। ਸਰਦਾਰ ਅਨੁਸਾਰ ਭਾਵੇਂ ਰਾਵੀ ਦੀ ਮਾਂ ਮਰ ਚੁੱਕੀ ਸੀ ਤੇ ਰਾਵੀ ਕਿਸੇ ਉਸ ਪਹਾੜਨ ਦੀ ਧੀ ਸੀ ਜਿਹਨੂੰ ਵਿਆਹ ਕੇ ਉਹ ਪਹਾੜਾਂ 'ਤੇ ਛੱਡ ਆਇਆ ਸੀ। ਵਰੇ ਛਮਾਈ ਕੁਝ ਦਿਨਾਂ ਲਈ ਉੱਥੇ ਜਾਂਦਾ ਸੀ ਤੇ ਸਾਲ ਭਰ ਦਾ ਖਰਚ ਦੇ ਆਉਂਦਾ ਸੀ। ਉੱਥੇ ਤੁਹਾਡੇ ਕੌਣ ਨੇ? ਸਤਵੰਤ ਨੇ, ਜੋ ਸਰਦਾਰ ਦੀ ਘਰਵਾਲੀ ਸੀ, ਨੇ ਰਾਵੀ ਨੂੰ ਪੁੱਛਿਆ। ਰਾਵੀ ਨੇ ਸਰਦਾਰ ਦੇ ਸਮਝਾਉਣ ਅਨੁਸਾਰ ਦੱਸਿਆ ਕਿ ਨਾਨੀ ਮਾਂ ਸਨ, ਮਾਂ ਪਹਿਲਾਂ ਮਰ ਗਈ ਤੇ ਨਾਨੀ ਹੁਣ ਮਰ ਗਈ ਹੈ। ਇਹ ਸਭ ਸੁਣ ਕੇ ਸਤਵੰਤ ਦੀ ਤਸੱਲੀ ਹੋ ਗਈ ਕਿ ਹੁਣ ਕਿਧਰੇ ਕੋਈ ਉਹਦੀ ਸੌਕਣ ਨਹੀਂ। ਕੁੜੀ ਦਾ ਕੀ ਹੈ, ਇੱਕ ਦਿਨ ਹੱਥ ਪੀਲੇ ਕਰ ਦਿਆਂਗੀ ਤੇ ਆਪਣੇ ਘਰ ਚਲੀ ਜਾਊਗੀ। ਰਾਵੀ ਨੂੰ ਇਹ ਘਰ ਤੇ ਪਰਿਵਾਰ ਬੜਾ ਚੰਗਾ ਲੱਗਿਆ। ਹੁਣ ਉਹ ਵੀ ਹੌਸਟਲ ਵਾਪਸ ਜਾ ਕੇ ਸਹੇਲੀਆਂ ਨਾਲ ਆਪਣੇ ਘਰ ਪਰਿਵਾਰ ਦੀਆਂ ਗੱਲਾਂ ਕਰ ਸਕਦੀ ਸੀ। ਸਤਵੰਤ ਨੇ ਇੱਕ ਦਿਨ ਸਰਦਾਰ ਨੂੰ ਆਖਿਆ, ਬੜਾ ਜਿਗਰ ਹੈ ਤੁਹਾਡਾ, ਇੰਨਾ ਚਿਰ ਸਾਰਾ ਕੁਝ ਮੇਰੇ ਕੋਲੋਂ ਲੁਕੋ ਰੱਖਿਆ। ਕੁੜੀ ਦੇ ਵਿਆਹ ਵੇਲੇ ਸਭ ਨੂੰ ਇਹ ਦੱਸਣਾ ਪਊ ਕਿ ਇਹ ਸਰਦਾਰ ਦੀ ਦੂਜੀ ਘਰਵਾਲੀ ਦੀ ਧੀ ਹੈ। ਫਿਰ ਕੀ ਹੋ ਗਿਆ? ਸਰਦਾਰ ਕਈ ਵਿਆਹ ਕਰਵਾਉਂਦੇ ਹੁੰਦੇ ਨੇ, ਮੈਂ ਤਾਂ ਦੂਜੀ ਤੇਰੇ ਬਰਾਬਰ ਨਹੀਂ ਲਿਆ ਬਿਠਾਈ। ਖੇਤ ਵਾਲੀ ਕੋਠੀ ਸਾਨੂੰ ਕਿਹੜਾ ਤੁਸੀਂ ਲੈ ਕੇ ਜਾਂਦੇ ਹੋ? ਉੱਥੇ ਖਬਰਾਂ ਕਿੰਨੀਆਂ ਆਉਂਦੀਆਂ ਨੇ ਤੇ ਕਿੰਨੀਆਂ ਜਾਂਦੀਆਂ ਨੇ, ਸਰਦਾਰਨੀ ਨੇ ਮਖੌਲ ਕਰਨ ਵਾਂਗ ਆਖਿਆ। ਉੱਥੇ ਤਾਂ ਦੋਸਤ ਮਿੱਤਰਾਂ ਨਾਲ ਇਕੱਠੇ ਹੋਈਦਾ, ਕੁੱਟ ਪੀ ਲਈਦੀ ਹੈ, ਹੱਸ ਖੇਡ ਲਈਦਾ, ਜਨਾਨੀਆਂ ਦਾ ਉੱਥੇ ਕੋਈ ਮਤਲਬ ਨਹੀਂ। ਸਰਦਾਰ ਨੇ ਸਹਿਜ ਭਾਵ ਨਾਲ ਉੱਤਰ ਦਿੱਤਾ। ਮੈਂ ਸਭ ਜਾਣਦੀ ਹਾਂ। ਰੇਤਗੜੀਆ ਆਪਣੀ ਘਰ ਵਾਲੀ ਨੂੰ ਆਖਦਾ ਸੀ ਕਿ ਰੋਜ਼ ਇੱਕੋ ਦਾਲ ਭਾਜੀ ਖਾਂਦਾ ਬੰਦਾ ਅੱਕ ਹੀ ਜਾਂਦਾ ਹੈ। ਆਦਮੀਆਂ ਲਈ ਔਰਤਾਂ ਦਾਲ ਭਾਜੀਆਂ ਤੋਂ ਵੱਧ ਕੁਝ ਨਹੀਂ ਹੁੰਦੀਆਂ, ਸਤਵੰਤ ਬੋਲੀ। ਔਰਤਾਂ ਦੇ ਸੋਚਣ ਦੀਆਂ ਇਹ ਗੱਲਾਂ ਨਹੀਂ, ਉਹਨਾਂ ਨੂੰ ਆਪਣੇ ਬਾਲ ਬੱਚਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਆਦਮੀ ਦਾ ਕੀ ਹੈ, ਫਿਰ ਤੁਰ ਕੇ ਫੇਰ ਹੱਥਣ ਨੂੰ ਮੋੜ ਆਊ।
ਸਰਦਾਰ ਕੱਪੜੇ ਬਦਲਦਾ ਬੋਲਿਆ। ਮੇਰਾ ਖਿਆਲ ਹੈ ਰਾਵੀ ਨੂੰ ਗਾਂ ਨੂੰ ਵੀ ਦਾਖਲ ਕਰਾ ਕੇ ਹੋਸਟਲ ਹੀ ਛੱਡ ਆਇਓ। ਇੱਥੇ ਮੈਂ ਹਰੇਕ ਆਈ ਗਈ ਨੂੰ ਕੀ ਦੱਸਦੀ ਫਿਰੂ ਵੀ ਇਹ ਕੁੜੀ ਕੌਣ ਹੈ। ਤੇ ਕੁਝ ਦਿਨਾਂ ਮਗਰੋਂ ਸਰਦਾਰ ਰਾਵੀ ਨੂੰ ਚੀਜ਼ਾਂ ਵਸਤਾਂ ਲੈ ਕੇ ਮੁੜ ਡਲਹੌਜ਼ੀ ਛੱਡ ਆਇਆ। ਸਤਵੰਤ ਨੂੰ ਬਹੁਤ ਵਾਰੀ ਖਿਆਲ ਆ ਚੁੱਕਿਆ ਸੀ ਕਿ ਜਿਸ ਆਦਮੀ ਨੂੰ ਤੁਸੀਂ ਆਪ ਦਾ ਸਮਝਦੇ ਰਹੇ ਹੋ, ਕੀ ਪਤਾ ਕਦੋਂ ਵਿੱਚੋਂ ਹੋਰ ਦਾ ਹੋਰ ਨਿਕਲ ਆਵੇ। ਅਸਲ 'ਚ ਔਰਤ ਨੂੰ ਚਾਹੀਦਾ ਕਿ ਆਦਮੀ ਵੱਲ ਬਹੁਤ ਧਿਆਨ ਹੀ ਨਾ ਦੇਵੇ। ਜਿੱਥੇ ਧੱਕੇ ਖਾਂਦਾ ਖਾਣ ਦੇਵੇ। ਕਿਤੇ ਪਹਾੜਾਂ 'ਚ ਜਾ ਕੇ ਜਨਾਨੀ ਲੱਭ ਲਈ। ਸਭ ਕੁਝ ਹੁੰਦਿਆਂ ਸੁਣਦਿਆਂ ਸੋਹਣੀ ਜਨਾਨੀ ਦੇਖ ਕੇ ਝੱਟ ਨੀਅਤ ਫਿੱਟ ਗਈ। ਚਲੋ ਜੇ ਕਿਸਮਤ 'ਚ ਲਿਖਿਆ ਉਹ ਹੋ ਕੇ ਹੀ ਰਹਿੰਦਾ ਹੈ। ਉਹ ਜਿਵੇਂ ਆਪਣੇ ਆਪ ਨਾਲ ਗੱਲਾਂ ਕਰ ਰਹੀ ਸੀ। ਇਉਂ 2 ਸਾਲ ਬੀਤ ਗਏ। 1-2 ਵਾਰੀ ਉਹਦੇ ਛੋਟੇ ਭਰਾ ਵੀ ਉਹਨੂੰ ਡਲਹੌਜ਼ੀ ਮਿਲਣ ਆਏ ਤੇ ਨਾਲ ਦੂਜੀ ਮਾਂ ਵੀ। ਕਿੰਨਾ ਪਿਆਰ ਕਰਦੇ ਸੀ ਉਹ ਆਪਣੀ ਵੱਡੀ ਭੈਣ ਨੂੰ। ਹੁਣ ਉਹ BA ਦੇ ਆਖਰੀ ਵਰ੍ਹੇ 'ਚ ਸੀ। ਸਰਦਾਰ ਨੇ ਸਤਵੰਤ ਨੂੰ ਦੱਸਿਆ ਕਿ ਮੈਂ ਚਾਹੁੰਦਾ ਕਿ ਰਾਵੀ ਦਾ ਰਿਸ਼ਤਾ ਆਪਾਂ ਕਿਸੇ ਬਾਹਰਲੇ ਮੁਲਕ ਰਹਿੰਦੇ ਮੁੰਡੇ ਨਾਲ ਕਰ ਦਈਏ। ਇੱਧਰਲੇ ਲੋਕ ਤਾਂ ਸਾਰੇ ਬਾਹਲੀ ਮੀਨ ਮੇਕ ਕੱਢਦੇ ਨੇ। 2-2 3-3 ਪੀੜ੍ਹੀਆਂ ਤੱਕ ਅੱਗਾ ਪਿੱਛਾ ਫਰੋਲਦੇ ਨੇ। ਸਤਵੰਤ ਨੂੰ ਇਹ ਗੱਲ ਸਹੀ ਲੱਗੀ। ਉਂਝ ਵੀ ਉਹ ਚਾਹੁੰਦੀ ਸੀ ਕਿ ਰਾਵੀ ਜਿੰਨੀ ਦੂਰ ਜਾਵੇ ਓਨਾ ਚੰਗਾ ਹੈ। ਸਰਦਾਰ ਉਹਦਾ ਬਹੁਤ ਕਰਦਾ ਸੀ। ਇਸ ਨਾਲ ਹੀ ਉਹਨੂੰ ਰਾਵੀ ਦੀ ਮਰੀ ਹੋਈ ਮਾਂ ਯਾਦ ਆ ਜਾਂਦੀ ਸੀ। ਇੱਕ ਦਿਨ ਕਾਲਜ ਵਿੱਚ ਇੱਕ ਭਿਆਨਕ ਹਾਦਸਾ ਵਾਪਰ ਗਿਆ। ਕਾਲਜ ਦੀ ਟੀਚਰ ਨਨ ਨੂੰ ਕਿਸੇ ਨੇ ਕਤਲ ਕਰ ਦਿੱਤਾ ਸੀ। ਅਚਾਨਕ ਕਾਲਜ ਹਫ਼ਤੇ ਲਈ ਬੰਦ ਹੋ ਗਿਆ। ਸਾਰੀਆਂ ਕੁੜੀਆਂ ਆਪਣੇ ਆਪਣੇ ਘਰਾਂ ਨੂੰ ਚਲੀਆਂ ਗਈਆਂ। ਰਾਵੀ ਵੀ ਇੱਕ ਹੋਰ ਲੜਕੀ ਦੇ ਨਾਲ, ਜਿਹਨੇ ਪਟਿਆਲੇ ਤੋਂ ਅੱਗੇ ਜਾਣਾ ਸੀ, ਬੱਸ ਚੜ੍ਹ ਕੇ ਪਟਿਆਲੇ ਆ ਗਈ। ਬੱਸ ਸਟੈਂਡ ਤੋਂ ਉਹਨਾਂ ਦੀ ਕੋਠੀ ਬਹੁਤੀ ਦੂਰ ਨਹੀਂ ਸੀ। ਉਹਨੇ ਇੱਕ ਟਾਂਗੇ ਵਾਲੇ ਨੂੰ ਆਪਣੇ ਘਰ ਦਾ ਪਤਾ ਦੱਸਿਆ ਤੇ ਆਪਣਾ ਬੈਗ ਟਾਂਗੇ 'ਚ ਰੱਖ ਕੇ ਪਿਛਲੀ ਸੀਟ ਤੇ ਬੈਠ ਗਈ। ਕੋਠੀ ਪਹੁੰਚੀ ਤਾਂ ਪਤਾ ਲੱਗਿਆ ਕਿ ਸਰਦਾਰਨੀ ਬੱਚਿਆਂ ਨੂੰ ਲੈ ਕੇ ਪੇਕਿਆਂ ਨੂੰ ਗਈ ਹੋਈ ਹੈ ਤੇ ਸਰਦਾਰ ਬਾਗ ਵਾਲੀ ਕੋਠੀ ਗਿਆ ਹੋਇਆ ਹੈ। ਰਾਵੀ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਕੀ ਕਰੇ। ਹਾਰ ਕੇ ਉਹਨੇ ਟਾਂਗੇ ਵਾਲੇ ਨੂੰ ਆਖਿਆ ਉਹਨੂੰ ਖੇਤ ਵਾਲੀ ਕੋਠੀ ਛੱਡ ਆਵੇ। ਜਦੋਂ ਬਾਗ ਵਾਲੀ ਕੋਠੀ ਪਹੁੰਚੀ ਤਾਂ ਹਨੇਰਾ ਹੋ ਚੁੱਕਿਆ ਸੀ। ਪੈਸੇ ਦੇ ਕੇ ਉਹਨੇ ਟਾਂਗੇ ਵਾਲੇ ਨੂੰ ਮੋੜ ਦਿੱਤਾ। ਪਿਛਲੇ ਦਰਵਾਜ਼ੇ ਵਿੱਚੋਂ ਦੀ ਅੰਦਰ ਆਈ ਤਾਂ ਰਸੋਈਏ ਨੇ ਉਹਨੂੰ ਪਛਾਣ ਲਿਆ ਤੇ ਬੋਲਿਆ ਕਿ ਹਾਲ ਕਮਰੇ 'ਚ ਤਾਂ ਸਰਦਾਰ ਹੋਰੀ ਖਾਂਦੇ ਪੀਂਦੇ ਨੇ। ਤੁਹਾਨੂੰ ਬੀਬਾ ਜੀ ਮੈਂ ਪਿਛਲੀ ਪੌੜੀਆਂ ਰਾਹੀਂ ਉੱਪਰ ਛੱਡ ਆਉਣਾ, ਕਮਰਾ ਖੋਲ ਆਉਣਾ। ਇਉਂ ਪਿਛਲੀਆਂ ਪੌੜੀਆਂ ਰਾਹੀਂ ਉੱਪਰ ਆ ਗਈ। ਉਹਨੇ ਰਸੋਈਏ ਨੂੰ ਆਖਿਆ ਕਿ ਮੈਨੂੰ ਖਾਣਾ ਉੱਪਰ ਹੀ ਦੇ ਜਾਈਂ, ਪਰ ਕਿਸੇ ਨੂੰ ਦੱਸੀ ਨਾ ਕਿ ਮੈਂ ਆਈ ਹਾਂ। ਕੁਝ ਚਿਰ ਮਗਰੋਂ ਰਸੋਈਆ ਪਹਿਲਾਂ ਚਾਹ ਦੇ ਗਿਆ, ਮਗਰੋਂ ਖੀਰ ਦੀ ਕੌਲੀ, ਨਾਲੇ ਆਖਣ ਲੱਗਿਆ ਕਿ ਬਾਕੀ ਖਾਣਾ ਅਜੇ ਤਿਆਰ ਹੋ ਰਿਹਾ। ਰਾਵੀ ਨੇ ਆਖਿਆ ਕਿ ਬਸ ਹੋਰ ਕਾਸੇ ਦੀ ਲੋੜ ਨਹੀਂ, ਉੱਪਰ ਆਉਣ ਦੀ ਵੀ ਲੋੜ ਨਹੀਂ, ਤੂੰ ਪਾਪਾ ਹੋਰਾਂ ਲਈ ਜੋ ਤਿਆਰ ਕਰਨਾ ਕਰ ਲੈ। ਰਸੋਈਏ ਦੇ ਜਾਣ ਮਗਰੋਂ ਰਾਵੀ ਨੇ ਚਾਹ ਪੀਤੀ, ਪੌੜੀਆਂ ਦਾ ਦਰਵਾਜ਼ਾ ਬੰਦ ਕਰਕੇ ਕੋਠੇ ਦੇ ਵਿਹੜੇ ਤੇ ਟਹਿਲਣ ਲੱਗੀ। ਹੇਠਾਂ ਤੋਂ ਹਾਸੇ ਠੱਠੇ ਦੀਆਂ ਆਵਾਜ਼ਾਂ ਆ ਰਹੀਆਂ ਸਨ। ਕੁਝ ਚਿਰ ਮਗਰੋਂ ਕਿਸੇ ਦੇ ਨੱਚਣ ਤੇ ਗਾਉਣ ਦੀਆਂ ਆਵਾਜ਼ਾਂ ਵੀ ਆਉਣ ਲੱਗ ਪਈਆਂ। ਰਾਵੀ ਉੱਥੇ ਭੁੰਜੇ ਬੈਠ ਕੇ ਇਹਨਾਂ ਆਵਾਜ਼ਾਂ ਨੂੰ ਸੁਣਨ ਲੱਗੀ। ਪਤਾ ਨਹੀਂ ਕਿਉਂ ਉਹਨੂੰ ਖਿਆਲ ਆਇਆ ਕਿ ਸ਼ਾਇਦ ਮੇਰੀ ਮਾਂ ਆਈ ਹੋਵੇ। ਇਹ ਖਿਆਲ ਆਉਂਦਿਆਂ ਹੀ ਪੁਰਾਣਾ ਵਕਤ ਫਿਲਮ ਵਾਂਗ ਉਹਦੇ ਮਨ 'ਚੋਂ ਦੀ ਲੰਘਿਆ। ਮਾਂ ਦਾ ਨੱਚਣਾ ਗਾਉਣਾ, ਪਾਨ ਪੇਸ਼ ਕਰਨਾ ਤੇ ਮਗਰੋਂ ਚੁੱਕ ਚੁੱਕ ਕੇ ਸਲਾਮ ਕਰਨਾ ਉਹਨੂੰ ਯਾਦ ਆ ਗਿਆ। ਫਿਰ ਹੇਠਾਂ ਤੋਂ ਉੱਚੀਆਂ ਉੱਚੀਆਂ ਆਵਾਜ਼ਾਂ ਆਉਣ ਲੱਗ ਪਈਆਂ, ਜਿਵੇਂ ਉਹਦੀ ਮਾਂ ਕਿਸੇ ਨਾਲ ਝਗੜ ਰਹੀ ਸੀ। ਫਿਰ ਉਹਨੇ ਮਾਂ ਦੀਆਂ ਚੀਕਾਂ ਸੁਣੀਆਂ ਤੇ ਉਹਨੇ ਅੱਗੇ ਵੱਧ ਕੇ ਦੇਖਿਆ, ਸ਼ਰਾਬ 'ਚ ਅੰਨਾ ਹੋਇਆ ਸਰਦਾਰ ਉਹਦੀ ਮਾਂ ਨੂੰ ਘੜੀਸ ਕੇ ਉੱਪਰ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ, ਕਿਉਂਕਿ ਉੱਪਰ ਹੀ ਇਕੱਲਿਆਂ ਹੋਣ ਲਈ ਇੱਕ ਕਮਰਾ ਸੀ। ਪਰ ਉਹਦੀ ਮਾਂ ਤਾਂ ਸਿਰਫ ਗਾਉਣ ਨੱਚਣ ਵਾਲੀ ਸੀ। ਇਹ ਤਾਂ ਪਤਾ ਨਹੀਂ ਕਿਵੇਂ ਸਰਦਾਰ ਨਾਲ ਉਹਦੇ ਸੰਬੰਧ ਬਣ ਗਏ ਸਨ ਤੇ ਉਹਨੇ ਸਰਦਾਰ ਦੀ ਧੀ ਨੂੰ ਪੇਟ 'ਚ ਹੀ ਮਾਰਿਆ ਨਹੀਂ ਸੀ। ਅੱਬਾ ਨੂੰ ਉਹਨੇ ਰੱਬ ਦੀ ਇਸ ਨਿਮਤ ਨੂੰ ਤਸਲੀਮ ਕਰਨ ਲਈ ਮਨਾ ਲਿਆ ਸੀ ਤੇ ਹੁਣ ਜਿਹੜਾ ਬੰਦਾ ਉਹਦੀ ਮਾਂ ਨੂੰ ਉੱਪਰ ਘਸੀਟ ਕੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਕੋਈ ਹੋਰ ਬੰਦਾ ਸੀ। ਮਾਂ ਉਹਦੀ ਚੀਕ ਪੁਕਾਰ ਰਹੀ ਸੀ। ਬਾਕੀ ਸ਼ਰਾਬ ਚਰਨੇ ਲੋਕ ਇਹਨੂੰ ਹਾਸਾ ਠੱਠਾ ਹੀ ਸਮਝ ਰਹੇ ਸਨ। ਰਾਵੀ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਘਬਰਾ ਕੇ ਮੁਰਲੀਆਂ ਪੌੜੀਆਂ ਉਤਰ ਗਈ ਤੇ ਚੀਕਾਂ ਮਾਰਦੀ ਮਾਂ ਨੂੰ ਚੰਬੜ ਗਈ। ਸ਼ਰਾਬੀਆਂ 'ਚ ਠੱਠਾ ਮਖੌਲ ਹੋਰ ਉੱਚਾ ਹੋ ਗਿਆ। ਅਸਲੀ ਚੀਜ਼ ਤਾਂ ਸਰਦਾਰ ਸਾਹਿਬ ਨੇ ਆਪਣੇ ਲਈ ਲੁਕਾ ਕੇ ਰੱਖੀ ਹੋਈ ਹੈ। ਰਾਵੀ ਵੱਲ ਝਪਟਦਾ ਇੱਕ ਸ਼ਰਾਬ ਦੇ ਲੋਰ 'ਚ ਸਰਦਾਰ ਬੋਲਿਆ। ਹਾਂ ਹਾਂ, ਅਸਲੀ ਚੀਜ਼ ਤਾਂ ਇਹ ਹੈ। 1-2 ਨੇ ਹੁੰਗਾਰਾ ਭਰਿਆ ਤੇ ਕੁੜੀ ਵੱਲ ਵਧੇ। ਸਰਦਾਰ ਡੌਰ ਭੌਰ ਹੋਇਆ ਚੀਕਿਆ, ਨਹੀਂ ਨਹੀਂ ਕੁੱਤਿਓ ਨਹੀਂ। ਪਰ ਉਹਦੀ ਕੌਣ ਸੁਣਦਾ ਸੀ। ਇੱਕ ਨੇ ਕੁੜੀ ਦੀ ਗੱਲ ਤੇ ਚੁੰਡੀ ਵੱਢੀ, ਦੂਜਾ ਉਹਦੇ ਉੱਪਰ ਝਪਟ ਪਿਆ। ਸਰਦਾਰ ਨੇ ਝੁੰਝਲਾ ਕੇ ਪਿਸਤੌਲ ਕੱਢ ਲਿਆ ਤੇ ਗੋਲੀ ਚਲਾਤੀ। ਬਾਕੀ ਤਾਂ ਆਸੇ ਪਾਸੇ ਹੋ ਗਏ। ਗੋਲੀ ਸਿੱਧੀ ਰਾਵੀ ਦੀ ਛਾਤੀ 'ਚ ਵੱਜੀ, ਉੱਥੇ ਢੇਰ ਹੋ ਗਈ। ਬੌਂਦਲੇ ਘਬਰਾਏ ਸ਼ਰਾਬੀ ਹੋਸ਼ ਵਿੱਚ ਆਉਣ ਲੱਗੇ ਤੇ ਫਟਾਫਟ ਖਿਸਕਣ ਲੱਗੇ।
ਮਗਰੋਂ ਉੱਥੇ ਮਰੀ ਕੁੜੀ ਦਾ ਸਿਰ ਆਪਣੀ ਗੋਦੀ 'ਚ ਰੱਖੀ ਉਹਦੀ ਮਾਂ ਰੋ ਰਹੀ ਸੀ ਤੇ ਆਖ ਰਹੀ ਸੀ ਕਿ ਮੇਰੀ ਪਰੀ ਜਾਤ, ਇਹ ਵੀ ਕੋਈ ਜਾਣੇ ਕਾ ਵਕਤ ਹੈ। ਫਿਰ ਸਰਦਾਰ ਜਕੋ ਤੱਕ ਕੁਝ ਜਿਵੇਂ ਗੋਲੀ ਮਾਰਨ ਲੱਗਿਆ, ਪਰ ਧੀ ਦੀ ਲਾਸ਼ ਨੂੰ ਛੱਡ ਉਹਦੇ ਹੱਥੋਂ ਪਿਸਤੌਲ ਖੋਹਦੀ ਉਹਦੀ ਮਾਂ ਬੋਲੀ, सरदार मेरी बेटी को ऐसे नशर मत कीजिए, नौकरों को बुलाकर अंदर ही उसकी कब्र खुदवाएं। मैं अपनी बेटी को आपके घर में ही छोड़कर जाना चाहती हूँ। इउं ही ਕੀਤਾ ਗਿਆ। ਹਾਲ ਕਮਰੇ 'ਚ ਡੂੰਘੀ ਕਬਰ ਪੁੱਟੀ ਗਈ। ਉਸ ਕਬਰ 'ਚ ਉਤਾਰਨ ਤੋਂ ਪਹਿਲਾਂ ਸਰਦਾਰ ਨੇ ਉਹਦਾ ਮੱਥਾ ਚੁੰਮਿਆ ਤੇ ਕਿਹਾ, ਮਾਫ਼ ਕਰੀ ਬੇਟੀ। ਮਾਂ ਉਹਦੀ ਨੇ ਬਾਰ-ਬਾਰ ਧੀ ਨੂੰ ਪਿਆਰ ਦਿੱਤਾ ਤੇ ਆਖਿਆ, तुम अपनी इज्जत लेके अल्लाह के पास जा रही हो, अल्लाह तुम्हें जन्नत बख्शे। ਤੇ ਫਿਰ ਮਣਾ ਮੂੰਹ ਮਿੱਟੀ ਨਾਲ ਉਹ ਕਬਰ ਭਰ ਦਿੱਤੀ। ਅਗਲੇ ਦਿਨ ਸੀਮੈਂਟ ਦੀ ਬੋਰੀ ਲਿਆ ਕੇ ਟੁੱਟਿਆ ਫਰਸ਼ ਮੁੜ ਸਾਬਤ ਸਬੂਤ ਕਰ ਦਿੱਤਾ। ਇਸ ਗੱਲ ਦੀ ਮੁੜ ਕੇ ਕਦੇ ਕਿਸੇ ਨੇ ਭਾਫ ਨਾ ਕੱਢੀ। ਸਰਦਾਰ ਦੀ ਘਰਵਾਲੀ ਤੇ ਬੱਚੇ ਹਫ਼ਤੇ ਮਗਰੋਂ ਜਦ ਘਰ ਮੁੜੇ ਤਾਂ ਸਰਦਾਰ ਜਿਵੇਂ ਮੁਰਝਾਇਆ ਬੈਠਾ ਸੀ। ਕੀ ਗੱਲ ਜੀ? ਉਹਦੀ ਘਰਵਾਲੀ ਨੇ ਪੁੱਛਿਆ। ਤੁਹਾਡੇ ਮਗਰੋਂ ਰਾਵੀ ਡਲਹੌਜ਼ੀ ਗੁਜ਼ਰ ਗਈ ਸੀ, ਮੈਂ ਉੱਥੇ ਉਹਦਾ ਸੰਸਕਾਰ ਕਰ ਆਇਆ। ਇਹ ਤੋਂ ਮਗਰੋਂ ਬੜੇ ਸਾਲ ਬੀਤ ਗਏ। ਹੁਣ ਉਸ ਕਸਮੈਲੀ ਜੀ ਨੀਲੀ ਕੋਠੀ 'ਚ ਹੁਣ ਕੋਈ ਹੋਰ ਹੀ ਲੋਕ ਰਹਿੰਦੇ ਨੇ। ਉੱਥੇ ਰਹਿਣ ਵਾਲੇ ਲੋਕ ਦੱਸਦੇ ਨੇ ਕਿ ਕਦੇ-ਕਦੇ ਉਹਨਾਂ ਨੂੰ ਕੋਠੇ ਉੱਪਰੋਂ ਹੇਠਾਂ ਪੈੜ ਚਾਲ ਸੁਣਾਈ ਦਿੰਦੀ ਏ, ਜਿਵੇਂ ਕੋਈ ਬੇਚੈਨ ਜਿਹੀ ਰੂਹ ਰਾਤ ਦੇ ਹਨੇਰੇ 'ਚ ਛੱਤ ਦੇ ਉੱਪਰ ਤੁਰੀ ਫਿਰਦੀ ਹੋਵੇ। ਧੰਨਵਾਦ।